रिकॉर्डिंग थी लगा लो. Yes. So first topic है basic concepts and under this topic ਜਿੱਥੋਂ start ਹੁੰਦਾ ਤੁਹਾਡਾ topic ਉਹ ਹੈ basic concept ਦੇ under assessment for learning and assessment of learning. There are three more terms that are test, examination, measurement and evaluation. ठीक है. ਸੋ ਜੇ ਇਸ ਟੌਪਿਕ ਦੀ ਸ਼ੁਰੂਆਤ ਕਰਦੇ ਹਾਂ, ਜਿਵੇਂ ਇਸ ਟੌਪਿਕ ਦੇ ਸਭ ਤੋਂ ਸਟਾਰਟਿੰਗ ਤੁਹਾਡੇ ਕੋਲ ਹੈ ਇੱਕ ਮਿੰਟ. ਜਦੋਂ ਅਸੀਂ ਇਸ ਟੌਪਿਕ ਦੀ ਗੱਲ ਕਰਦੇ ਹਾਂ ਤੇ ਇਸ ਟੌਪਿਕ ਦੇ ਵਿੱਚ ਜਿਵੇਂ ਮੈਂ ਟਰਮ ਯੂਜ਼ ਕਰ ਰਹੀ ਹਾਂ ਕਿਉਂਕਿ ਬੇਸਿਕਲੀ ਪੂਰੇ ਪੇਪਰ 'ਚ ਕੀ ਡੀਲ ਕਰਨਾ ਸੀ, ਅਸੈਸਮੈਂਟ ਫॉर ਲਰਨਿੰਗ ਐਂਡ ਅਸੈਸਮੈਂਟ ਦੀਆਂ ਟੈਕਨੀਕਸ ਕੀ ਨੇ, ਅਸੈਸਮੈਂਟ ਦੇ ਲਈ ਕਿਹੜੇ ਅਸੀਂ ਮੈਥਡ ਫੋਲੋ ਕਰਦੇ ਹਾਂ, ਅਸੈਸਮੈਂਟ ਦੇ ਲਈ ਕਿਹੜੀਆਂ ਨਵੀਆਂ ਜਿਹੜੀਆਂ ਅਸੀਂ ਕਹਿੰਦੇ ਐਨਾਲਿਸਿਸ ਕਿਵੇਂ ਕਰਨਾ ਤੇ ਇੰਟਰਪ੍ਰੀਟੇਸ਼ਨ ਕਿਵੇਂ ਕਰਨੀ ਆ ਡਾਟਾ ਦੀ ਜੋ ਸਾਡੇ ਕੋਲ ਅਵੇਲੇਬਲ ਹੋਏਗਾ. that kind of aspects are under this paper. So ਇੱਥੇ ਜਿਵੇਂ ਮੈਂ ਇਹਨੂੰ ਸ਼ੁਰੂ ਕਰਦੇ ਹਾਂ, ਅਸੈਸਮੈਂਟ ਹੈ ਕੀ ਬੇਸਿਕਲੀ. ਅਸੈਸਮੈਂਟ ਜਦੋਂ ਅਸੀਂ ਟਰਮ ਦੀ ਗੱਲ ਕਰਦੇ ਹਾਂ, it's consist of taking samples of behavior at a given point of in time and estimating the worth of these behavior. Means basically ਇੱਕ ਤਾਂ ਸਟੂਡੈਂਟਸ ਨਾ ਵਾਰੀ ਬੜੇ ਇੱਕਦਮ ਨਹੀਂ ਜੁਆਇਨ ਕਰਦੇ ਹੈਗੇ, ਟਰਨ ਕਰਦੇ ਨੇ ਜੁਆਇਨ. ਹਾਂਜੀ, ਇਹਦੇ ਚ ਕੀ ਹੋਏਗਾ, ਅਸੈਸਮੈਂਟ ਕੀ ਆ ਬੇਸਿਕਲੀ ਇਟਸ ਅ ਸੈਂਪਲ ਆਫ ਬਿਹੇਵੀਅਰ ਐਟ ਅ ਗਿਵਨ ਪੁਆਇੰਟ. ਕਿਉਂਕਿ ਅਸੀਂ ਇੱਕ ਟਾਈਮ ਤੇ ਸਭ ਨੂੰ ਅਸੈਸ ਕਰਨਾ, ਠੀਕ ਹੈ. ਉਹਦੇ ਲਈ ਉਹ ਐਸਟੀਮੇਟ ਉਹਨਾਂ ਨੇ ਕਿੰਨਾ ਉਹਦੇ ਤੇ ਆਪਣੀ ਗਰੋਥ ਕੀਤੀ, that is called simply assessment. ਅਸੈਸ ਕਰਦੇ ਆ ਨਾ ਅਸੀਂ ਨਾਰਮਲੀ ਵੀ, ਜਿਵੇਂ ਹੁਣ ਤੁਸੀਂ ਮੇਰੀ ਕਲਾਸ ਲਗਾ ਰਹੇ ਹੋ ਤੇ ਮੈਨੂੰ ਲੱਗ ਰਿਹਾ ਮੈਂ ਤੁਹਾਨੂੰ ਇਸ ਕਲਾਸ ਦੇ ਵਿੱਚ ਤੁਸੀਂ ਕਿੰਨਾ ਕੁ ਰਿਸਪੌਂਡ ਕਰ ਰਹੇ ਹੋ, ਕਿਹੜਾ ਬੱਚਾ ਕਿੰਨਾ ਕੁ ਰਿਸਪੌਂਡ ਕਰ ਰਿਹਾ, ਐਕਟਿਵਲੀ ਕਰ ਰਿਹਾ ਨਹੀਂ ਕਰ ਰਿਹਾ. that means ਮੈਂ ਉਹਦੇ ਬੇਸ ਤੇ ਕੀ ਕਰ ਲੈਂਦੀ ਹਾਂ, ਬੱਚਿਆਂ ਦੇ ਬਿਹੇਵੀਅਰ ਨੂੰ ਅਸੈਸ ਕਰ ਲੈਂਦੀ ਹਾਂ ਤੇ ਉਸੇ ਅਕੋਰਡਿੰਗ ਜਿਸ ਤਰ੍ਹਾਂ ਦਾ ਬਿਹੇਵੀਅਰ ਮੈਂ ਅਸੈਸ ਕਰਦੀ ਹਾਂ ਫਿਰ ਉਸ ਤਰ੍ਹਾਂ ਦੇ ਅਸੈਸਡ ਬਿਹੇਵੀਅਰ ਦੇ ਅਕੋਰਡਿੰਗ ਹੀ ਕਰ ਲੈਂਦੇ ਹਾਂ, ਅਸੀਂ ਬੱਚਿਆਂ ਨੂੰ ਟਾਸਕ ਡਿਫਾਈਨ ਕਰ ਦਿੰਦੇ ਹਾਂ, ਠੀਕ ਹੈ. ਤੇ ਇਸ ਕਰਕੇ ਕੀ ਆ ਅਸੈਸਮੈਂਟ ਕੀ ਹੋਏਗਾ ਜਦੋਂ ਅਸੀਂ ਇਹਦੀ ਅਜੰਪਸ਼ਨਸ ਦੀ ਗੱਲ ਕਰਦੇ ਹਾਂ, ਇਟਸ ਅ ਰਿਪਰੈਜ਼ੈਂਟੇਟਿਵ ਸੈਂਪਲ ਆਫ ਬਿਹੇਵੀਅਰ ਆਫ ਅ ਪਰਸਨ ਬੀਇੰਗ ਅਸੈਸਡ. ਠੀਕ ਹੈ, ਇਹਦੇ ਚ ਅਸੀਂ ਪੂਰੇ ਬਿਹੇਵੀਅਰ ਨੂੰ ਨਹੀਂ ਅਸੈਸ ਕਰ ਸਕਦੇ, ਉਹਦੇ ਕੁਝ ਸੈਂਪਲ ਚੋਂ ਉਸ ਬੱਚੇ ਨੂੰ ਜਾਂ ਉਸ ਇੰਡੀਵਿਜੂਅਲ ਨੂੰ ਕੀ ਕਰ ਲੈਂਦੇ ਆ, ਅਸੈਸ ਕਰ ਲੈਂਦੇ ਆ ਬੇਸਡ ਔਨ ਦਾ ਕਾਈਂਡ ਆਫ ਸੈਂਪਲ ਜਿਹੜਾ ਅਸੀਂ ਜੋ ਵੀ ਲੈ ਕੇ ਆਉਂਦੇ ਆ ਉਹਦੇ ਚ ਪਰਸਨ ਦੇ ਡਿਫਰੈਂਟ ਆਸਪੈਕਟਸ ਹੋ ਸਕਦੇ ਨੇ. ਉਹ ਆਸਪੈਕਟਸ ਕੀ ਹੋਣਗੇ, like for example ਅਸੀਂ ਕਹਿੰਦੇ ਆਂਗੇ that consist person's achievements, potential, aptitude, intelligence, attitude and motivations. ਇਹ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਕੰਪੋਨੈਂਟਸ ਨੇ ਜਾਂ ਅਸੀਂ ਕਹਿੰਦੇ ਆ ਪਰਸਨਸ ਦੇ ਆਸਪੈਕਟ ਨੇ ਜਿਨ੍ਹਾਂ ਦੇ ਬੇਸ ਤੇ ਵੀ assess that individual. All forms of assessment provide estimate of a person's status. ਕਿਉਂਕਿ ਜਦੋਂ ਵੀ ਅਸੀਂ ਕਿਸੇ ਨੂੰ ਅਸੈਸ ਕਰਦੇ ਹਾਂ ਉਹ ਸਾਨੂੰ ਪਰਸਨ ਦਾ ਐਸਟੀਮੇਟ ਜਿਹੜਾ ਹੈਗਾ ਉਸ ਦੇ ਸਟੇਟਸ ਦਾ, ਉਹਦਾ ਐਕਚੁਅਲ ਸਟੇਟਸ ਹੈ ਕੀ ਪਰਸਨ ਦਾ, ਉਹਦੇ ਬਾਰੇ ਕੀ ਦਿੰਦੀ ਹੈ, ਐਸਟੀਮੇਟ ਕਰ ਦਿੰਦੀ ਹੈ. ਬਿਫੋਰ ਪਰਫਾਰਮਿੰਗ ਐਨੀ ਅਸੈਸਮੈਂਟ ਕੀ ਇੰਪੋਰਟੈਂਟ ਆ ਸਾਡੇ ਲਈ, we are focusing on these three questions. What is this assessment for? Who is it for? What is the context? Means ਅਸੀਂ 10 questions ਤੇ focus ਕਰਦੇ ਹਾਂ ਜਦੋਂ ਅਸੀਂ assessment ਤੇ work ਕਰਨਾ ਸ਼ੁਰੂ ਕਰਦੇ ਹਾਂ ਵੀ ਜਿਹੜਾ ਸਾਡਾ what is this assessment for? ਕਿਉਂਕਿ ਜਦੋਂ ਅਸੀਂ ਕਿਸੇ ਲਈ ਬਣਾਉਂਦੇ ਹਾਂ assessment, ਕਿਹਦੀ ਕਰਨੀ ਆ assessment, ਉਹਦੇ ਲਈ ਸਾਡੇ ਕੋਲ ਇੱਕ ਕੀ ਹੋਏਗਾ, ਇੱਕ base ਹੋਣਾ ਚਾਹੀਦਾ. who is it for? ਠੀਕ ਹੈ, ਐਂਡ ਉਹਦਾ context ਕੀ ਹੈ, ਠੀਕ ਹੈ. ਦੈਨ ਉਸ ਤੋਂ ਬਾਅਦ ਜੇ ਮੈਂ ਇਹਦੇ ਚ ਅਸੀਂ ਗੱਲ ਕਰਦੇ ਹਾਂ ਇਹਦੀਆਂ ਡੈਫੀਨੇਸ਼ਨਸ ਦੀ, ਜੇ ਮੈਂ ਅਸੈਸਮੈਂਟ ਦੀ ਡੈਫੀਨੇਸ਼ਨਸ ਦੀ ਗੱਲ ਕਰਦੇ ਹਾਂ ਤਾਂ ਮੈਰਿਮ ਵੈਬਸਟਰ ਡਿਕਸ਼ਨਰੀ ਦੇ ਅਕੋਰਡਿੰਗ ਜੇ ਮੈਂ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਅਸੈਸਮੈਂਟ ਨੂੰ, ਅਸੈਸਮੈਂਟ ਕੀ ਹੈ, the action or an instant of assessing or appraisal. ਤੇ ਐਲਨ ਦੇ ਅਕੋਰਡਿੰਗ assessment involves
the use of empirical data on student learning to refine programs and improve student learning. Means assessment की होएगी, ਇਹਦੇ ਚ ਕੀ होएगा, involve the use of empirical data on student learning to refine program and दूसरा improve student learning ਵੀ ਉਸ process ਦੇ ਨਾਲ student ਦੀ learning ਜਿਹੜੀ learning ਕਿੰਨੀ ਕੁ improve ਹੋ ਰਹੀ ਹੈ, ਜਿਹੜਾ student learning ਦੇ ਨਾਲ ਜਿਹੜਾ ਉਹ ਸਾਡੇ ਕੋਲ ਕੀ ਆ, ਜਿਹੜਾ ਅਸੀਂ program ਨੂੰ ਕਿੰਨਾ ਕੁ refine ਕਰ ਰਹੇ ਹਾਂ, that all are under assessment. ਇੱਕ definition ਹੋਰ ਲਿਖੀ ਹੈ ਇੱਥੇ, assessment ਕੀ ਹੈਗੀ, it's a systematic collection, review and use of information about educational program undertaken for the purpose of improvement, learning and development. क्यों ਅਸੀਂ assessment ਕਰਦੇ ਹਾਂ, ਸਾਨੂੰ assessment ਦੀ ਕਿਉਂ ਲੋੜ ਆ, ਜਾਂ assessment ਹੈ ਕੀ? Basically assessment ਕੀ ਹੈ? It's a systematic collection, review and use of information. किस चीज दी? About educational programs. ਜਿਹੜੇ ਅਸੀਂ ਐਜੂਕੇਸ਼ਨਲ ਪ੍ਰੋਗਰਾਮਸ ਬਣਾਏ ਨੇ, ਜਾਂ ਅਸੀਂ ਐਜੂਕੇਸ਼ਨ ਜਿਹੜੀ ਬੱਚਿਆਂ ਨੂੰ ਦੇ ਰਹੇ ਹਾਂਗੇ, ਜਾਂ ਅਸੀਂ ਕਹਿੰਦੇ ਕਿ ਇਸ ਤਰ੍ਹਾਂ ਜਿਹੜੇ ਫੀਲਡ ਨੇ ਸਾਡੇ ਕੋਲ, ਇਹ ਸਾਰੀ ਦੀਆਂ ਸਾਰੀਆਂ ਜਿਹੜੀਆਂ ਟਰਮਸ ਨੇਗੀਆਂ that are under assessment. ਤੇ ਕਿਸ ਪਰਪਸ ਲਈ ਕਰ ਰਹੇ ਹਾਂ, ਸਾਡਾ ਮੇਨ ਪਰਪਸ ਕੀ ਆ, ਅਸੈਸਮੈਂਟ ਕਰਨ ਦਾ ਮੇਨ ਮੋਟਿਵ ਕੀ ਆ, that is means to say ਜਦੋਂ ਅਸੀਂ ਕਿਸ ਚੀਜ਼ ਦੀ ਗੱਲ ਕਰਦੇ ਹਾਂ, ਇੰਪਰੂਵਿੰਗ ਲਰਨਿੰਗ ਐਂਡ ਡਿਵੈਲਪਮੈਂਟ। ਸਾਡੀ ਕੀ ਮੇਨ ਫੋਕਸ ਕੀ ਹੈਗਾ, ਵੀ ਅਸੀਂ ਲਰਨਿੰਗ ਨੂੰ ਤੇ ਜਿਹੜੀ ਸਾਡੀ ਡਿਵੈਲਪਮੈਂਟ ਆ ਬੱਚੇ ਦੀ, ਜਾਂ ਅਸੀਂ ਜਿਹੜੇ ਜਿਨ੍ਹਾਂ ਤੇ ਵਰਕਆਊਟ ਕਰ ਰਹੇ ਹਾਂ ਉਹਨਾਂ 'ਚ ਕਿੰਨੀਆਂ ਕੁ ਚੇਂਜਸ ਆ ਰਹੀਆਂ ਨੇ, ਕਿੰਨੀ ਕੁ ਉਹਨਾਂ ਦੀ ਡਿਵੈਲਪਮੈਂਟ ਹੋ ਰਹੀ ਹੈ, ਕਿੰਨੀ ਕੁ ਉਹਨਾਂ ਦੀ ਲਰਨਿੰਗ ਇੰਪਰੂਵ ਹੋ ਰਹੀ ਹੈ, ਇਸੇ ਕਰਕੇ ਅਸੀਂ ਕੀ ਕਰਦੇ ਹਾਂਗੇ, ਅਸੈਸਮੈਂਟ ਕਰਦੇ ਹਾਂ। ਠੀਕ ਹੈ, ਤੇ ਅਸੈਸਮੈਂਟ ਦੇ ਵਿੱਚ ਬੇਸਿਕਲੀ ਕੀ ਆ, ਉਹ ਕਹਿੰਦੇ ਜਦੋਂ ਅਸੀਂ ਅਸੈਸਮੈਂਟ ਨੂੰ ਇਹਦੇ ਤੇ ਇਹਨੂੰ ਟਰਮ ਨੂੰ ਡਿਫਾਈਨ ਕਰਦੇ ਹਾਂ, ਤਾਂ ਕੁਝ ਜਿਹੜੇ ਇਹਦੇ 'ਚ ਯੂਜ਼ ਕਰਦੇ ਆ, ਇੱਕ ਟੂਲ ਆ, ਇੱਕ ਤਰ੍ਹਾਂ ਦਾ ਮੈਜ਼ਰਿੰਗ ਟੂਲ ਆ ਨਾ, ਵੀ ਬੱਚੇ ਕਿੰਨਾ ਕੁ ਅਚੀਵ ਕਰ ਰਹੇ ਨੇ, ਜਿਹੜੀਆਂ ਅਸੀਂ ਉਹਨਾਂ ਨੂੰ ਲਰਨਿੰਗ ਇੰਸਟਰਕਸ਼ਨਸ ਪ੍ਰੋਵਾਈਡ ਕੀਤੀਆਂ, ਉਹਨਾਂ ਇੰਸਟਰਕਸ਼ਨਸ ਦੇ ਲੈਣ ਦੇ ਨਾਲ ਬੱਚਿਆਂ ਦੀ ਇੰਪਰੂਵਮੈਂਟ ਕਿੰਨੀ ਕੁ ਹੋ ਰਹੀ ਹੈ, that is basically assessment. ਤੇ ਜਿਹੜੀ ਅਸੈਸਮੈਂਟ ਕੀ ਹੈਗਾ, ਇਹਦੇ 'ਚ ਨਾਰਮਲੀ ਮੈਂ ਜਿਵੇਂ ਉੱਪਰ ਵੀ ਤੁਹਾਨੂੰ ਕਿਹਾ ਹੈਗਾ, ਇਹ ਟੈਕਨੀਕ ਦੇ ਵਿੱਚ ਅਸੀਂ ਕਰ ਦਿਆਂਗੇ ਯੂਜ਼ ਆਫ ਮੈਥਡਸ ਐਂਡ ਪ੍ਰੋਸੈਸ। ਕੋਈ ਨਾ ਕੋਈ ਸਾਡਾ ਪ੍ਰੋਸੈਸ ਹੋਏਗਾ, ਕੋਈ ਨਾ ਕੋਈ ਸਾਡਾ ਮੈਥਡ ਹੋਏਗਾ, ਜਿਹਨੂੰ that is used to collect data ਔਰ ਐਵੀਡੈਂਸ ਕਿਸ ਚੀਜ਼ ਦੇ ਹੋਣਗੇ, ਅਬਾਊਟ ਹਿਊਮਨ ਬਿਹੇਵੀਅਰ। ਤਾਂ ਹੀ ਅਸੀਂ ਉਸ ਹਿਊਮਨ ਬਿਹੇਵੀਅਰ ਦੇ ਬੇਸ ਤੇ ਕੀ ਦੱਸ ਦਿਆਂਗੇ ਵੀ ਪਰਸਨ 'ਚ ਕਿੰਨੀ ਇੰਪਰੂਵਮੈਂਟ ਆਈ ਹੈ, ਕਿੰਨੀ ਕੁ ਉਹਦੀ ਡਿਵੈਲਪਮੈਂਟ ਹੋਈ ਹੈ, that all under assessment. ਸੋ ਅਸੈਸਮੈਂਟ ਦੇ ਵਿੱਚ ਕੀ ਆ, ਇੱਕ ਤਾਂ ਰੇਟ ਆਫ ਅਮਾਊਂਟ ਆਫ ਅਚੀਵਮੈਂਟ ਸਾਨੂੰ ਪਤਾ ਚੱਲਦੀ ਹੈ ਇੰਡੀਵਿਜੂਅਲ ਦੀ, ਦੂਸਰਾ ਟੂ ਇੰਪੋਜ਼ ਟੈਸਟ ਅਕੋਰਡਿੰਗ ਟੂ ਦਾ ਐਸਟੈਬਲਿਸ਼ਡ ਸਟੈਂਡਰਡਸ, ਤੀਸਰਾ to make an official valuation of achievement for the purpose of evaluation. ਠੀਕ ਹੈ, ਤੁਹਾਡੇ ਕੋਲ ਆਫੀਸ਼ੀਅਲ ਡਾਕੂਮੈਂਟ ਆ ਜਾਂਦਾ ਜਦੋਂ ਅਸੀਂ ਇੰਡੀਵਿਜੂਅਲ ਦੀ ਅਸੈਸਮੈਂਟ ਕਰਦੇ ਹਾਂ, ਜਿਹਨੂੰ ਅਸੀਂ ਫॉर ਨੈਕਸਟ ਕਿਸੇ ਵੀ ਪਰਪਸ ਲਈ ਕਰਨਾਗਾ ਯੂਜ਼ ਕਰਨਾ, ਟੂ ਡਿਟਰਮਿਨ ਦਾ ਸਾਈਜ਼ ਆਫ ਵੈਲਿਊ ਆਫ ਅਸੈਸਮੈਂਟ। ਇੱਕ ਇਹਦੇ ਨਾਲ ਕੀ ਹੁੰਦਾਗਾ, ਸਾਡਾ ਜਿਹੜਾ ਸਾਈਜ਼ ਆਫ ਵੈਲਿਊ ਆ ਜਾਂ ਕੁਆਂਟੀਟੀ ਆ, ਉਹ ਕੀ ਕਰ ਲੈਂਦੇ ਆ, ਅਸੀਂ ਅਸੈਸ ਕਰਦੇ ਹਾਂ। ਟੂ ਚੇਂਜ ਦਾ ਮੈਥਡ ਐਂਡ ਟੈਕਨੀਕਸ ਆਫ ਟੀਚਿੰਗ ਵਿਚ ਆਰ with an ineffectiveness. Sometime ਕੀ ਆ, ਅਸੈਸਮੈਂਟ ਇਸ ਕਰਕੇ ਵੀ ਜ਼ਰੂਰੀ ਆ ਵੀ ਜਿਹੜਾ ਅਸੀਂ ਮੈਥਡ ਜਾਂ ਟੈਕਨੀਕ ਬੱਚਿਆਂ ਨੂੰ ਲਰਨ ਕਰਨ ਲਈ ਯੂਜ਼ ਕਰ ਰਹੇ ਹਾਂ, ਕੀ ਉਹ ਟੈਕਨੀਕ ਔਰ ਮੈਥਡ that method is suitable for that group of individual. ਅਗਰ ਸਾਨੂੰ ਲੱਗ ਰਿਹਾ ਸਾਡੇ ਉਸ ਮੈਥਡ ਦੇ ਨਾਲ ਜਿਹੜੀ ਬੱਚਿਆਂ ਦੇ ਰਿਜ਼ਲਟ ਸਹੀ ਨਹੀਂ ਆ ਰਹੇ, ਤਾਂ we need to change that method, ਕਿਉਂਕਿ ਹੋ ਸਕਦਾ ਜਿਹੜਾ ਅਸੀਂ ਯੂਜ਼ ਕਰ ਰਹੇ ਹਾਂ that method is not effective for the student. ਜਦੋਂ ਅਸੀਂ ਬੱਚਿਆਂ ਦੀ ਅਸੈਸਮੈਂਟ ਕਰਦੇ ਹਾਂ, ਸਾਨੂੰ ਆਪਣੇ ਉਸ ਟੈਕਨੀਕ ਦਾ ਜਾਂ ਅਸੀਂ ਸਾਡੇ ਉਸ ਮੈਥਡ ਦਾ ਸਾਨੂੰ ਪਤਾ ਚੱਲਦਾ ਵੀ ਜਿਹੜਾ ਅਸੀਂ ਯੂਜ਼ ਕਰ ਰਹੇ ਸੀ that is effective or not effective. ਉਹ ਕਿਸ ਬੇਸ ਤੇ ਹੁੰਦਾ ਹੈਗਾ, ਜਦੋਂ ਅਸੀਂ ਬੱਚੇ ਨੂੰ ਅਸੈਸ ਕਰਦੇ ਹਾਂ। ਸੋ ਡੈਫੀਨੇਸ਼ਨਸ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ ਨੇ ਇਹਦੀਆਂ। ਸੋ ਅਸੈਸਮੈਂਟ ਨੂੰ ਇਹਦੋਂ ਅੱਗੇ ਚੱਲਦੇ ਹਾਂ, ਸਾਡੇ ਕੋਲ ਟਰਮ ਆਉਂਦੀ ਆ, ਮੈਂ ਜਿਵੇਂ ਤੁਹਾਨੂੰ ਸਟਾਰਟਿੰਗ 'ਚ ਕਿਹਾ, we need to focus on two terms. One is assessment for learning and second is assessment of learning. So assessment for learning ਕੀ ਹੋਏਗੀ, ਜਿਹਨੂੰ ਬੜੇ ਸਿੰਪਲ ਵੇ ਨਾਲ ਮੈਂ ਐਕਸਪਲੇਨ ਕਰਦੀ ਹਾਂ। ਤੁਸੀਂ ਦੋ ਟਰਮ ਪੜ੍ਹੀਆਂ ਹੋਣਗੀਆਂ, ਬਹੁਤ ਫੈਮਿਲੀਅਰ ਵੇ ਨਾਲ ਸੁਣੀਆਂ ਟਰਮਸ ਨੇ, ਇੱਕ ਹੈ ਸੁਮੇਟਿਵ
एक है फॉर्मेटिव। ठीक है, ਜਦੋਂ ਅਸੀਂ ਫਾਰਮੇਟਿਵ ਦੀ ਗੱਲ ਕਰਦੇ ਹਾਂ, that assessment is known as assessment for learning। ਠੀਕ ਹੈ, ਤੇ ਜਿਵੇਂ ਇੱਥੇ ਹੈ ਕੀ ਕਹਿੰਦੇ ਇਹਨੂੰ ਪੜੋ ਇੱਕ ਲਾਈਨ ਨੂੰ, ਇਸ ਨੂੰ ਤੁਹਾਨੂੰ ਕਲੀਅਰ ਹੋ ਜਾਏਗਾ। assessment for learning is the use of task or any activity for the purpose of determining students progress during a unit or block of instructions। okay, teachers are now afford the change to adjust classroom instructions based upon the need of the student। it occur at all stages of learning progress। the term assessment for learning stands for a type of assessment task carried out for assessing the existing potential of a student or learner to an ascertain how far he is capable of learning a given task। mean to say, ਇੱਥੇ ਕੀ ਕਰਾਂਗੇ, this kind of activity is a activity that we use for the student in a block of instructions। means ਅਸੀਂ ਜਦੋਂ ਉਹਨੂੰ ਕੋਈ ਯੂਨਿਟ ਕਰਾ ਰਹੇ ਹਾਂ ਜਾਂ ਅਸੀਂ ਕਲਾਸਰੂਮ ਦੇ ਵਿੱਚ ਜਦੋਂ ਅਸੀਂ ਬੱਚੇ ਲਈ ਵਰਕ ਕਰ ਰਹੇ ਹਾਂ, ਉਸ ਟਾਈਮ ਤੇ ਜਿਹੜੀ ਟੈਕਨੀਕ ਯੂਜ਼ ਕੀਤੀ ਜਾਂਦੀ ਹੈ ਜਾਂ ਅਸੈਸਮੈਂਟ ਦੀ ਟੈਕਨੀਕ ਯੂਜ਼ ਕਰਦੇ ਹਾਂ for learning, that is called assessment for learning, that is called summative। ਇੱਥੇ ਕੀ ਹੋਏਗਾ, ਅਸੀਂ ਬੱਚੇ ਦੀਆਂ ਜ਼ਰੂਰਤਾਂ ਦੇ ਅਕੋਰਡਿੰਗ, ਅਸੀਂ ਕਹਿੰਦੇ ਬੱਚੇ ਦੀਆਂ ਰਿਕੁਆਇਰਮੈਂਟਸ ਦੇ ਅਕੋਰਡਿੰਗ ਕਲਾਸਰੂਮ ਦੀਆਂ ਜਿਹੜੀਆਂ ਸੈਟਿੰਗਸ ਨੇ ਉਹਨਾਂ ਨੂੰ ਕੀ ਕਰ ਦਿਆਂਗੇ, ਚੇਂਜ ਕਰਦੇ ਹਾਂ। ਠੀਕ ਹੈ, ਤੇ ਇਹਦੇ ਚ ਇਹ ਜਿਹੜੀ ਇਹ ਅਸੈਸਮੈਂਟ ਆ, that occur at all stages of learning progress। ਤੇ ਇਹਦੇ ਵਿੱਚ ਜਿਹੜਾ ਅਸੀਂ ਕਹਿੰਦੇ ਆਂਗੇ, ਜਦੋਂ ਇਸ ਅਸੈਸਮੈਂਟ ਦੀ ਗੱਲ ਕਰਦੇ ਹਾਂ ਤਾਂ ਬੱਚੇ ਦੀਆਂ ਕੈਪੇਬਿਲਿਟੀਜ਼ ਦੇ ਅਕੋਰਡਿੰਗ ਬੱਚਾ ਕਿੰਨੇ ਕੁ ਪੋਟੈਂਸ਼ੀਅਲ ਨਾਲ ਲਰਨ ਕਰ ਪਾ ਰਿਹਾ ਕਿਸੇ ਚੀਜ਼ ਨੂੰ, ਉਸ ਚੀਜ਼ ਨੂੰ ਕੀ ਕਰਦੇ ਹਾਂ, ਫੋਕਸ ਕਰਦੇ ਹਾਂ। ਨੈਕਸਟ ਵਿੱਚ ਜਿਵੇਂ ਤੁਹਾਡੇ ਕੋਲ ਆਏਗਾ ਇਹਦੀਆਂ ਕਰੈਕਟਰਿਸਟਿਕਸ, ਲਾਈਕ ਇੱਕ ਤਾਂ ਕੀ ਹੋਏਗਾ, ਇਟ ਇਜ਼ ਕੈਰੀਡ ਆਊਟ ਵੈਲ ਬਿਫੋਰ undertaking or executing a task of learning। it provide effective feedback that motivates the learners and can result in improvement। means ਇਹਦੇ ਨਾਲ ਕੀ ਹੋਏਗਾ, ਇਹ effective feedback provide ਕਰਦੀ ਹੈ, ਜਿਹੜੀ learners ਨੂੰ ਕੀ ਕਰਦੀ ਹੈ, motivate ਕਰਦੀ ਹੈ, ਤੇ ਬੱਚੇ ਕੀ ਕਰਦੇ ਨੇ, ਆਪਣੇ result ਨੂੰ improve ਕਰਦੇ ਨੇ। it include clear goal for the learning activity। okay, it decide about undertaking a learning task। decision ਸਾਨੂੰ ਕਰਦੇ ਹਾਂ ਅਸੀਂ, decision about undertaking a learning task is carried out in the light of results derived from such kind of assessment। assessment can be based on variety of information sources ਕੀ ਹੋਣਗੇ, portfolios, work in progress, teacher observation, ਜਿਹੜੀ conversation ਆ ਸਾਡੀ। ਠੀਕ ਹੈ, we try to assess the learning of a learner time to time to test or assess his progress on the learning path। ਜਿਵੇਂ ਜਿਵੇਂ ਉਹ ਲਰਨ ਕਰ ਰਿਹਾ, ਟਾਈਮ ਟੂ ਟਾਈਮ ਅਸੀਂ ਉਸ ਬੱਚੇ ਦੀ ਲਰਨਿੰਗ ਪ੍ਰੋਗਰੈਸ ਨੂੰ ਕੀ ਕਰ ਪਾ ਰਹੇ ਹਾਂ, ਅਸੈਸ ਕਰ ਪਾ ਰਹੇ ਹਾਂ ਡਿਊਰਿੰਗ ਅਸੈਸਮੈਂਟ ਫॉर ਲਰਨਿੰਗ। ਸੋ ਜੇ ਮੈਂ ਇਹਦੇ ਚ ਅੱਗੇ ਮੂਵ ਕਰਦੀ ਹਾਂ, ਅਸੈਸਮੈਂਟ ਫॉर ਲਰਨਿੰਗ ਚ ਟੀਚਰ ਦਾ ਕੀ ਰੋਲ ਹੋਏਗਾ। ਜਦੋਂ ਅਸੀਂ ਟੀਚਰ ਦੇ ਰੋਲ ਦੀ ਗੱਲ ਕਰਦੇ ਹਾਂ, ਟੀਚਰ ਦਾ ਰੋਲ ਇਹਦੇ ਚ ਫੋਕਸ ਕਰੇਗਾ, ਜਿਵੇਂ ਅਸੀਂ ਕਹਿੰਦੇ ਹਾਂਗੇ ਟੀਚਰ ਯੂਜ਼ ਅਸੈਸਮੈਂਟ ਫॉर ਲਰਨਿੰਗ ਕਿਸ ਪਰਪਸ ਲਈ ਯੂਜ਼ ਕਰੇਗਾ, ਟੂ ਐਨਹਾਂਸ ਸਟੂਡੈਂਟਸ, ਮੈਂ ਤੁਹਾਨੂੰ ਅੰਡਰਲਾਈਨ ਕਰ, ਸੌਰੀ ਇੱਕ ਮਿੰਟ, ਇੱਥੇ ਅੰਡਰਲਾਈਨ ਨਹੀਂ ਹੋਣਾ, ਤੁਹਾਡੀ ਪ੍ਰੈਜੈਂਟੇਸ਼ਨ ਚੱਲ ਰਹੀ ਹੈ ਨਾ ਇਸ ਕਰਕੇ। enhance students motivation and commitment to learning। when teacher commit to learning as a focus of assessment, they change the classroom culture to one of the student success। means ਇੱਥੇ ਕੀ ਕਰੇਗਾ, ਇਸ ਅਸੈਸਮੈਂਟ ਦੇ ਵਿੱਚ ਕੀ ਆ, ਟੀਚਰ ਬੱਚਿਆਂ ਨੂੰ ਈਜ਼ੀਲੀ ਕਲਾਸਰੂਮ ਸਿਚੁਏਸ਼ਨ ਦੇ ਵਿੱਚ ਮੋਟੀਵੇਟ ਕਰ ਸਕਦਾ। ਠੀਕ ਹੈ, ਉਹਨਾਂ ਨੂੰ ਕਲਾਸਰੂਮ ਦੇ ਵਿੱਚ ਇਸ ਤਰ੍ਹਾਂ ਦਾ এনवायरमेंट ਕ੍ਰੀਏਟ ਕਰ ਸਕਦਾ, ਇਸ ਤਰ੍ਹਾਂ ਦਾ ਕਲਚਰ ਕ੍ਰੀਏਟ ਕਰ ਸਕਦਾ ਜਿਹੜਾ ਬੱਚਿਆਂ ਨੂੰ ਸਕਸੈਸ ਵੱਲ ਲੈ ਕੇ ਜਾਏਗਾ, ਬੱਚਿਆਂ ਨੂੰ ਮੋਟੀਵੇਟ ਕਰੇਗਾ, ਫੋਕਸਡ ਹੋਣਗੇ ਬੱਚੇ, ਤਾਂ ਕਿ ਉਹ ਉਸ এনवायरमेंट ਦੇ ਅਕੋਰਡਿੰਗ ਕੀ ਕਰਨਗੇ, ਕੁਝ ਨਵਾਂ ਲਰਨ ਕਰਨਗੇ। ਇੱਥੇ ਟੀਚਰ ਕੀ ਕਰ ਸਕਦਾ, ਟਰਾਈ ਆਊਟ ਟੂ ਰੀਸ਼ਾਰਟ ਆਫ ਸੱਚ ਟਾਈਪ ਆਫ ਅਸੈਸਮੈਂਟ ਇਨ ਦਾ ਫਾਰਮ ਆਫ ਟੈਸਟਿੰਗ ਦਾ ਪ੍ਰੀਵੀਅਸ ਨੌਲੇਜ। ਕਿਉਂਕਿ ਅਸੀਂ ਬੱਚਿਆਂ ਦੀ ਕੀ ਕਰ ਸਕਦੇ ਹਾਂ, ਜੋ ਪ੍ਰੀਵੀਅਸ ਨੌਲੇਜ ਹੈ, ਇੱਥੇ ਟੀਚਰ ਕੀ ਕਰ ਸਕਦਾ,
प्रीवियस नॉलेज नू टेस्ट करके उस अकॉर्डिंग बच्चों नू नवा टॉपिक जिहड़ा उन्हें प्रेजेंट करना गा क्लासरूम दे विच उस अकॉर्डिंग उहदे च की कर सकदा मॉडिफिकेशंस कर सकदा चेंज कर सकदा बच्चों नू इमीडिएट फीडबैक प्रोवाइड कर सकदा डायरैक्शन प्रोवाइड कर सकदा ताकि स्टूडेंट दी जिहड़ी लर्निंग आ वो की हो जाए इंप्रूव हो जाए द टीचर ट्राई टू डायग्नोज और आइडेंटिफाई टीचर इत्थे की करेगा जिहड़ियां लर्निंग डिफिकल्टीज ने बच्चों दियां उन्हां नू डायग्नोज करेगा आइडेंटिफाई करेगा ते इस तो इलावा लर्नर्स दियां जिहड़ियां स्ट्रेंथ्स ने वीकनेस ने इन रिलेशन टू लर्निंग ऑफ अ पर्टिकुलर टास्क टॉपिक और सब्जेक्ट एरिया की करेगा टीचर इत्थे सर्च कर सकदा फाइंड आउट कर सकदा भी किहड़ियां प्रॉब्लम्स ने दैट आर एग्जिस्ट इन स्टूडेंट कॉन्टेक्स्ट उन्हां दी स्ट्रेंथ की है किसी लाइक फॉर एग्जांपल कई बारी बच्चा बाकी सब्जेक्ट च बड़ा अच्छे तरीके नाल वर्कआउट करदा एक सब्जेक्ट दी प्रॉब्लम हुंदी है सो दैट काइंड ऑफ दैट्स कॉल्ड वीकनेस और कई बारी की है स्ट्रेंथ है बच्चे दी बच्चा बहुत अच्छे तरीके नाल कर रहा सानू ओनू की करना पेगा उस एरिया नू बच्चे नू ज्यादा पॉलिश नहीं करन दी लोड़ होएगी ओहदे च नवीं कुछ चेंजेस करन दी लोड़ है जिवें ਅਸੀਂ ਕਹਿੰਦੇ ਆ ਕਿ ਅਸੀਂ एबिलिटी ग्रुप्स बना ਲੈਂਦੇ ਆ ठीक है वो चीज वो की ਅਸੀਂ टाइम टू टाइम इन द क्लासरूम सिचुएशन ਅਸੀਂ ਕੀ ਕਰ ਸਕਦੇ ਹਾਂ वर्कआउट कर सकते हैं creates differentiated teaching strategies and learning opportunities for individual ਜਿਹੜੇ ਨੇਗੇ ਉਹਨਾਂ ਦੀ ਹੈਲਪ ਕਰਨ ਦੇ ਲਈ ਕੋਈ ਡਿਫਰੈਂਟ ਜਿਹੜੀ ਟੀਚਿੰਗ ਸਟ੍ਰੈਟਜੀ ਯੂਜ਼ ਕੀਤੀ ਜਾ ਸਕਦੀ ਹੈ ਕੋਈ ਉਹਨਾਂ ਨੂੰ ਲਰਨਿੰਗ ਅਪਰਚੁਨਿਟੀ ਪ੍ਰੋਵਾਈਡ ਕੀਤੀਆਂ ਜਾ ਸਕਦੀਆਂ ਤਾਂ ਕਿ ਸਟੂਡੈਂਟ ਡਿਫਰੈਂਟ ਵੇ ਨਾਲ ਮੂਵ ਕਰਨ ਇਨ ਅ ਲਰਨਿੰਗ ਪ੍ਰੋਸੈਸ ਸਿਲੈਕਟ ਐਂਡ ਅਪਡੇਟਿੰਗ ਜਿਹੜਾ ਸਿਲੈਕਟਿੰਗ ਐਂਡ ਅਡੈਪਟਿੰਗ ਮਟੀਰੀਅਲ ਐਂਡ ਰਿਸੋਰਸਿਸ ਜਿਸ ਤਰ੍ਹਾਂ ਦੀ ਬੱਚੇ ਦੀ ਰਿਕੁਆਇਰਮੈਂਟ ਹੈ ਜਿਸ ਤਰ੍ਹਾਂ ਦੀ ਬੱਚਾ ਉਹਦੇ ਤੇ ਵਰਕਆਊਟ ਕਰਦਾ ਕਲਾਸ ਦੇ ਵਿੱਚ ਉਹਦੇ ਅਕੋਰਡਿੰਗ ਅਸੀਂ ਜਿਹੜੇ ਮਟੀਰੀਅਲ ਆ ਤੇ ਰਿਸੋਰਸਿਸ ਨੇ ਉਹਨਾਂ ਨੂੰ ਕੀ ਕਰੀਏ ਸਿਲੈਕਟ ਕਰੀਏ ਤੇ ਅਡੈਪਟ ਕਰੀਏ ਅਕੋਰਡਿੰਗ ਟੂ ਦ ਸਿਚੁਏਸ਼ਨ ਕਿਉਂਕਿ ਸਾਡੀ ਇੱਕ ਰਿਕੁਆਇਰਮੈਂਟ ਹੈ ਨਾ ਵੀ ਅਸੀਂ ਅਗਰ ਕਲਾਸਰੂਮ ਦੇ ਵਿੱਚ ਟੀਚ ਕਰ ਰਹੇ ਹਾਂ ਦੈਨ ਜੇ ਸਾਨੂੰ ਲੱਗ ਰਿਹਾ ਵੀ ਕੋਈ ਬੱਚਾ ਨਾਰਮਲ ਸਿਚੁਏਸ਼ਨ ਦੇ ਵਿੱਚ ਪ੍ਰੋਪਰਲੀ ਨਹੀਂ ਅੰਡਰਸਟੈਂਡ ਕਰ ਪਾ ਰਿਹਾ ਤਾਂ ਸਾਨੂੰ ਕੀ ਕਰਨਾ ਪਏਗਾ ਉਹਦੇ ਮੋਡ ਨੂੰ ਚੇਂਜ ਕਰਨਾ ਪਏਗਾ ਇਹਦੇ ਇਹਨਾਂ ਨੇ ਕੀ ਕਹਿ ਦਿੱਤਾ in this way assessment for learning may be carried out in a variety of mode by adopting one or other means however in all forms and shapes its nature and purpose always remain totally formative ठीक है then next je मैं move करदी हां assessment of learning okay assessment of learning ਦੀ ਅਸੀਂ ਜੇ ਇਸ term ਦੀ ਗੱਲ ਕਰਦੇ ਹਾਂ the term assessment of learning stands for a type of assessment task carried out for assessing the learning or behavioral outcome of the learner after the execution of learning activity schedule or program means ਕੀ ਹੋ ਗਿਆ ਜਿੱਥੇ assessment of learning ਸਾਡੀ complete ਹੋ ਗਿਆ process ਉਸ ਤੋਂ ਬਾਅਦ ਜਿਹੜਾ next phase start ਹੋਏਗਾ that phase is called assessment of learning ठीक है ਜਿਹਨੂੰ ਤੁਸੀਂ sometimes summative term ਵੀ ਅਸੀਂ use ਕਰਦੇ ਹਾਂ ओके ਇੱਥੇ ਕੀ ਕਰ ਦਿੱਤਾ ਹੁਣ assessment of learning ਕੀ ਹੋਏਗਾ ਕਿਸ ਚੀਜ਼ ਤੋਂ ਸਟੈਂਡ ਕਰਦਾ it's a type of learning task ਕਦੋਂ ਹੋਏਗਾ it's carried out assessing the learning or behavioral outcome of the learner after the execution of learning activity ਜਦੋਂ ਅਸੀਂ ਐਗਜ਼ੀਕਿਊਟ ਕਰ ਦਿੱਤੀ ਲਰਨਿੰਗ ਐਕਟੀਵਿਟੀ ਜਾਂ ਉਹ ਪ੍ਰੋਗਰਾਮ ਐਗਜ਼ੀਕਿਊਟ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਅਸੀਂ ਬੱਚੇ ਨੂੰ ਅਸੈਸ ਕਰਦੇ ਹਾਂ that type of technique is used as assessment of learning the purpose of this kind of assessment basically ਕੀ ਆ is usually summative and is mostly done at the end of a task unit of work etc ਜਦੋਂ ਸਾਰਾ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਤੇ ਕੰਮ ਕਰ ਦਿਆਂਗੇ ਤੇ ਉਸ ਟਾਈਮ ਤੇ ਜਿਹੜਾ ਇਹ ਸਾਡਾ ਅਸੈਸਮੈਂਟ ਆਫ ਲਰਨਿੰਗ ਵਾਲਾ ਟਾਸਕ ਹੀ ਹੋਏਗਾ ਸਟਾਰਟ ਹੋਏਗਾ assessment of learning is the assessment that become public and results in statements or symbols about how well students are learning ਜੇ ਤੁਸੀਂ ਆਪਣੇ ਕੋਰਸ ਕੰਟੈਂਟ ਦੇ ਅਕੋਰਡਿੰਗ ਦੀ ਐਗਜ਼ਾਮਪਲ ਲੈਣੇ ਹੋ ਜਦੋਂ ਤੁਸੀਂ ਸੈਕੰਡ ਸੈਮ ਦੇ ਹਾਂਜੀ ਐਨੀ ਪ੍ਰੋਬਲਮ is there any problem beta okay so like ਮੈਂ ਜਿਵੇਂ ਐਗਜ਼ਾਮਪਲ ਦੇਣ ਲੱਗੀ ਸੀ ਅਸੀਂ ਐਗਜ਼ਾਮਪਲ ਇਹਦੀ ਦਿੰਦੇ ਹਾਂ ਜਿਵੇਂ ਤੁਸੀਂ ਬੀਐਡ ਸੈਮ 1 ਦਾ ਤੁਹਾਡਾ ਤੁਸੀਂ ਫਾਈਨਲ ਪੇਪਰ ਦਿੱਤੇ that is under this category ਨਾ assessment of learning ਕਿਉਂਕਿ ਪੂਰਾ
ਸ਼ਡਿਊਲ ਤੁਹਾਡਾ ਐਗਜ਼ੀਕਿਊਸ਼ਨ ਉਹਦੀ ਹੋ ਗਈ ਆ। ਆਫਟਰ ਦੈਟ ਐਟ ਦਾ ਐਂਡ ਤੁਹਾਨੂੰ ਇੱਕ ਸਟੇਟਮੈਂਟ ਫਾਰਮ ਦੇ ਵਿੱਚ ਕੀ ਮਿਲਣਗੇ, ਰਿਜ਼ਲਟਸ ਮਿਲਣਗੇ, ਜਿਹੜਾ ਤੁਸੀਂ ਔਨ ਦਾ ਹੋਲ ਪੂਰੇ ਪ੍ਰੋਸੈਸ ਦੇ ਵਿੱਚ ਵਰਕਆਊਟ ਕੀਤਾ। ਤੁਸੀਂ ਕੋਈ ਅਸਾਈਨਮੈਂਟ ਸਬਮਿਟ ਕਰਾਈਆਂ, ਤੁਹਾਡਾ ਅਟੈਂਡੈਂਸ ਦਾ, ਤੁਹਾਡੀ ਗਰੁੱਪ ਪ੍ਰੋਗਰੈਸ ਦਾ, ਜਾਂ ਈਚ ਐਂਡ ਐਵਰੀਥਿੰਗ ਦਿਸ ਜਿਹੜੇ ਤੁਹਾਡੇ ਟਾਸਕ ਸੀ ਇਸ ਤਰ੍ਹਾਂ ਦੇ ਔਨ ਦਾ ਹੋਲ ਇਨ ਅ ਐਂਟਾਇਰ ਦੈਟ 6 ਮੰਥ, ਉਹ ਤੁਹਾਡੇ ਕਿਹਦੇ ਅੰਡਰ ਆ ਗਏ, ਅਸੈਸਮੈਂਟ ਆਫ ਲਰਨਿੰਗ ਦੇ ਅੰਡਰ ਆ ਗਏ। ਹੁਣ ਇਹਦੀਆਂ ਜੇ ਮੈਂ ਕਰੈਕਟਰਿਸਟਿਕਸ ਦੀ ਗੱਲ ਕਰਦੀ ਹਾਂ, through such kind of assessment we try to assess how good or bad a learning has been shaped or occurred as a result of the ongoing learning efforts. How far the learning objective set for a particular piece of learning has been achieved. ਜਿਹੜੇ ਅਸੀਂ objectives ਲੈ ਕੇ ਚੱਲੇ ਸੀ, ਤੁਸੀਂ ਦੇਖੋ ਤੁਹਾਡੇ ਹਰ ਇੱਕ ਪੇਪਰ, ਜਿੰਨੇ ਵੀ ਤੁਹਾਡੇ ਸਿਲੇਬਸ ਦੇ ਵਿੱਚ ਜਿੰਨੇ ਵੀ ਪੇਪਰ ਨੇ, ਹਰ ਇੱਕ ਪੇਪਰ ਦੇ ਅੱਗੇ ਇੱਕ ਲਰਨਿੰਗ ਆਊਟਕਮ ਦਿੱਤੇ ਹੋਏ ਨੇ, objective ਲਿਖੇ ਹੋਏ ਨੇ। ਕਿ ਇਹਦਾ ਮਤਲਬ ਕੀ ਹੋ ਗਿਆ ਵੀ ਜਿਹੜੇ ਤੁਹਾਡੇ ਉਹ objective ਸੀ, ਕਿ ਉਹ objective ਜਿਹੜੇ ਸਾਡੇ ਅਸੀਂ ਲੈ ਕੇ ਚੱਲੇ ਸੀ, ਮੰਨ ਕੇ ਚੱਲੇ ਸੀ, ਕਿ ਉਹ ਅਚੀਵ ਹੋ ਗਏ। What type of changes or modification in the behavior of the learners are visible as a result of learning? ਉਹ ਜਿਹੜਾ ਤੁਹਾਡਾ ਰਿਜ਼ਲਟ ਆਇਆ ਲਰਨਿੰਗ ਦਾ, ਉਸ ਦੇ ਅਕੋਰਡਿੰਗ ਤੁਹਾਡੇ ਬਿਹੇਵੀਅਰ ਦੇ ਵਿੱਚ ਕਿਹੜੀਆਂ ਚੇਂਜਸ ਆਈਆਂ, ਕਿਹੜੀਆਂ ਮੋਡੀਫਿਕੇਸ਼ਨਸ ਹੋਈਆਂ। these all are under such kind of assessment, ਠੀਕ ਹੈ। ਸੋ ਇਹਦੇ ਚ ਜਿਹੜੀਆਂ ਕਰੈਕਟਰਿਸਟਿਕਸ ਅੱਗੇ ਵੀ ਮੈਂ ਤੁਹਾਡੇ ਨਾਲ ਡਿਸਕਸ ਕਰਦੀ ਹਾਂ ਇੱਕ ਦੋ ਨੇ। ਲਾਈਕ ਅਸੀਂ ਕਹਿੰਦੇ ਹਾਂ, ਇਟ ਸਟੈਂਡਸ ਫॉर the net result or outcome of a learning process accessible through a net difference between learning outcome of the terminal behavior and initial input or entry behavior, ਠੀਕ ਹੈ। ਮੀਨ ਚ ਇਹਦੇ ਚ ਕੀ ਹੋਇਆ, ਇਹਦੇ ਚ ਕੀ ਆਏਗਾ, ਨੈਟ ਰਿਜ਼ਲਟ ਦੀ ਗੱਲ ਕਰਦੇ ਹਾਂ ਜਾਂ ਨੈਟ ਆਊਟਕਮ ਦੀ ਗੱਲ ਕਰਦੇ ਹਾਂ, ਜਿਹੜਾ ਲਰਨਿੰਗ ਪ੍ਰੋਸੈਸ ਪੂਰਾ ਅਸੀਂ ਇਨਵੋਲਵ ਕੀਤਾ। ਇੱਕ ਤੁਹਾਡਾ ਐਂਟਰੀ ਬਿਹੇਵੀਅਰ ਹੋਏਗਾ, ਇਨੀਸ਼ੀਅਲ ਬਿਹੇਵੀਅਰ ਹੋਏਗਾ, ਇੱਕ ਟਰਮੀਨਲ ਬਿਹੇਵੀਅਰ ਹੋਏਗਾ। ਫॉर एग्जांपल ਇਹ ਸਿੰਪਲ ਜੀ ਐਗਜ਼ਾਮਪਲ ਦਿੰਨੀ ਆ, ਤੁਹਾਤੋਂ ਇੱਕ ਸਰਨਾ ਮੈਮ ਨੇ ਇੱਕ ਤੁਹਾਤੋਂ ਗੂਗਲ ਫਾਰਮ ਭਰਵਾਇਆ, ਸਾਰੇ ਬੱਚਿਆਂ ਨੇ ਭਰਿਆਗਾ ਐਂਟਰੀ ਬਿਹੇਵੀਅਰ ਦਾ, ਠੀਕ ਹੈ। ਇਸੇ ਤਰੀਕੇ ਨਾਲ ਜਦ ਤੁਸੀਂ ਬੀਐਡ ਕਰਕੇ ਜਾਓਗੇ, ਇੱਕ ਤੋਂ ਟਰਮੀਨਲ ਬਿਹੇਵੀਅਰ ਦਾ ਭਰਿਆ ਜਾਏਗਾ, ਫਿਰ ਦੋਨਾਂ ਨੂੰ ਕੰਪੇਅਰ ਕੀਤਾ ਜਾਏਗਾ ਵੀ ਤੁਹਾਡੇ ਐਂਟਰੀ ਬਿਹੇਵੀਅਰ ਤੇ ਟਰਮੀਨਲ ਬਿਹੇਵੀਅਰ ਦੇ ਵਿੱਚ ਜਿਹੜੇ ਤੁਹਾਨੂੰ ਆਊਟਪੁੱਟ ਕੀ ਆਈ ਹੈ, ਆਊਟਕਮਸ ਕੀ ਆਏ ਨੇਗੇ। ਦੈਟ ਮੀਨਸ ਜਦੋਂ ਤੁਸੀਂ ਇਸ ਫੀਲਡ 'ਚ ਐਂਟਰ ਹੋਏ ਸੀ, ਤੁਹਾਡਾ ਕਿਸ ਤਰ੍ਹਾਂ ਦਾ ਬਿਹੇਵੀਅਰ ਸੀ, ਕਿਸ ਤਰ੍ਹਾਂ ਦੇ ਤੁਹਾਡੇ ਜਿਹੜੀਆਂ ਉਹ ਸੀਗੀਆਂ, ਅਸੀਂ ਕਹਿੰਦੇ ਹਾਂ ਕਿ ਲਰਨਿੰਗ ਪ੍ਰੋਸੈਸ ਤੁਹਾਡਾ ਕਿਸ ਤਰ੍ਹਾਂ ਦਾ ਸੀ, ਜਾਂ ਅਸੀਂ ਕਹਿੰਦੇ ਹਾਂ ਤੁਸੀਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੇਂਜਸ ਨੇਗੀਆਂ ਤੁਹਾਡੇ ਕੋਰਸ ਕੰਪਲੀਟ ਕਰਨ ਤੇ ਕਈਆਂ। ਹੋ ਸਕਦਾ ਕਈ ਬੱਚੇ ਜਿਵੇਂ ਅਸੀਂ ਕਹਿੰਦੇ ਹਾਂ ਕਿ ਟੀਚਿੰਗ 'ਚ ਆਉਂਦੇ ਨੇ ਤੇ ਪਰ ਉਹਨਾਂ ਨੂੰ ਇੱਕ ਸ਼ਾਈਨੈਸ ਹੁੰਦੀ ਹੈ ਕਲਾਸ ਸਪੀਕਿੰਗ ਦੀ, ਤੇ ਬਟ ਜਿਵੇਂ ਜਿਵੇਂ ਉਹ ਇਹਦੇ 'ਚ ਇਨਵੋਲਵ ਹੁੰਦੇ ਨੇ, ਡਿਫਰੈਂਟ ਐਕਟੀਵਿਟੀ 'ਚ ਇਨਵੋਲਵ ਹੋਣਗੇ, ਬਹੁਤ ਕੁਝ ਤੁਸੀਂ ਨਵਾਂ ਲਰਨ ਕਰੋਗੇ। ਦੈਟ ਮੀਨਸ ਕੀ ਆਇਆ, ਉਹ ਜਿਹੜਾ ਆਊਟਪੁੱਟ ਆਈ, ਡਿਫਰੈਂਸ ਆਇਆ, ਨੈਟ ਡਿਫਰੈਂਸ ਆਇਆ ਤੁਹਾਡਾ ਬਿਟਵੀਨ ਟਰਮੀਨਲ ਬਿਹੇਵੀਅਰ ਤੇ ਇਨੀਸ਼ੀਅਲ ਬਿਹੇਵੀਅਰ 'ਚ, ਦੈਟ ਇਜ਼ ਕਾਲਡ ਅਸੈਸਮੈਂਟ ਫॉर ਲਰਨਿੰਗ ਦੇ ਅੰਡਰ ਆਏਗਾ। ਜਿਵੇਂ ਇੱਥੇ ਮੈਂ ਲਿਖ ਦਿੱਤਾ, ਅਸੈਸਮੈਂਟ ਫॉर ਲਰਨਿੰਗ ਕੀ ਆਏਗੀ, ਲਰਨਿੰਗ ਪੋਟੈਂਸ਼ੀਅਲ ਐਟ ਦਾ ਐਂਡ ਆਫ ਦਾ ਲਰਨਿੰਗ ਪ੍ਰੋਸੈਸ ਮਾਈਨਸ learning potential at the beginning of the learning process, ਦੋਨਾਂ ਚ difference ਕੀ ਆ ਰਿਹਾ, that is called assessment of learning. It is carried out strictly at the end of learning. ਕਿਉਂ ਕਰਦੇ ਆ, ਤਾਂ ਕਿ ਸਾਨੂੰ ਜਿਹੜੀਆਂ learners ਦੀਆਂ learning efforts ਨੇ ਉਹ ਕਿੰਨੀਆਂ fruitful ਰਹੀਆਂ ਨੇ, ਕਿੰਨਾ ਕੁ ਉਹਨਾਂ ਨੇ learn ਕੀਤਾ ਇਹਦੇ ਤੋਂ, ਠੀਕ ਹੈ। Next, it can take the shape of formative or summative assessment depending upon the time and schedule depending for assessing the learner outcome of the learners, ਠੀਕ ਹੈ। ਇਹ ਬੇਸਿਕਲੀ ਡਿਪੈਂਡ ਕਰਦਾ ਵੀ ਜਿਹੜੀ ਅਸੀਂ ਕਿਉਂਕਿ ਤੁਹਾਡੇ ਕੋਲ ਕੀ ਹੈਗਾ, ਇਹਦਾ ਸਮੇਟਿਵ ਇਵੈਲੂਏਸ਼ਨ ਵੀ ਕੀ ਹੁੰਦੀ ਹੈ, this is a part of formative assessment. ਛੋਟੇ ਛੋਟੇ ਫਾਰਮੇਟਿਵ ਦੇ ਜਿਹੜੇ ਹਿੱਸੇ ਨੇਗੇ ਉਹ ਮਿਲ ਕੇ ਕੀ ਬਣਦੇ ਨੇ, ਤੁਹਾਡੇ ਕੋਲ ਕਿਤੇ ਨਾ ਕਿਤੇ ਉਹ ਐਡ ਹੁੰਦੇ ਨੇ। ਤੁਸੀਂ ਦੇਖੋ ਤੁਹਾਡਾ 50 ਮਾਰਕਸ ਦਾ ਪੇਪਰ ਆ ਕੋਈ ਵੀ, ਉਹ ਚ 10 ਮਾਰਕਸ ਤੁਹਾਡੇ ਇੰਟਰਨਲ ਨੇ, 40 ਤੁਹਾਡੇ ਐਕਸਟਰਨਲ ਨੇ। ਦੈਟ ਮੀਨਸ 10 ਮਾਰਕਸ ਕਿੱਥੋਂ ਆਏ ਨੇ, ਤੁਹਾਡੇ ਫਾਰਮੇਟਿਵ ਅਸੈਸਮੈਂਟ ਤੋਂ ਆਏ ਨੇ, ਅਸੈਸਮੈਂਟ ਫॉर ਅਸੀਂ ਕਹਿੰਦੇ ਹਾਂ ਕਿ ਅਸੈਸਮੈਂਟ ਆਫ ਲਰਨਿੰਗ ਤੋਂ ਆਏ ਨੇ। ਇੱਥੇ ਉੱਪਰ ਵਰਡ ਗਲਤ ਲਿਖਿਆ ਵਿੱਚ, ਅਸੈਸਮੈਂਟ ਆਫ ਲਰਨਿੰਗ ਹੈ, ਇੱਥੇ ਫॉर ਲਰਨਿੰਗ ਨਹੀਂ ਹੈਗਾ, ਠੀਕ ਹੈ। ਇੱਥੇ ਆ ਜਿਹੜਾ ਹੈਡਿੰਗ ਦਿੱਤਾ ਨਾ, ਕਰੈਕਟਰਿਸਟਿਕਸ ਆਫ ਅਸੈਸਮੈਂਟ ਫॉर ਲਰਨਿੰਗ ਨਹੀਂ, ਇਟਸ ਆਫ ਲਰਨਿੰਗ। ਤੇ ਇੱਥੇ ਕੀ ਹੋ ਗਿਆ, ਹੁਣ ਤੁਹਾਡੇ ਕੋਲ ਕੀ ਆਏਗਾ, ਉੱਥੋਂ ਮਿਲ ਕੇ ਆਏਗਾ। ਦੈਟ ਮੀਨਸ ਕੀ ਹੋ ਗਿਆ, ਜਿਹੜਾ ਇਹ ਪੂਰਾ ਪਾਰਟ ਬਣਿਆ ਸਾਡਾ, ਇਹਦੇ ਚ ਕੀ ਆਏਗਾ, ਬੱਚਾ ਕੀ ਆਊਟਕਮ ਕਰ ਰਿਹਾ, ਕੀ ਉਹਦੀਆਂ ਆਊਟਕਮਸ ਆ ਰਹੀਆਂ ਨੇ,
ਉਹ ਅਸੀਂ ਕੀ ਕਰਾਂਗੇ ਉਹਨਾਂ ਦੇ ਬੇਸ ਤੇ ਬੱਚੇ ਨੂੰ ਅਸੈਸ ਕਰਾਂਗੇ। ਸੋ ਅਗਰ ਮੈਂ ਇਹਦੇ ਚ ਟੀਚਰ ਦਾ ਰੋਲ ਦੀ ਗੱਲ ਕਰਦੇ ਹਾਂ, ਚਲੋ ਟੀਚਰ have the responsibility of reporting student learning accurately and fairly based on evidence obtained from a variety of contexts and applications। ਜੋ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਹੁਣੇ ਗੱਲ ਕਹਿ ਕੇ ਹਟੀ ਹਾਂ, ਤੁਹਾਡੀਆਂ ਅਸਾਈਨਮੈਂਟਸ ਆਈਆਂ, ਤੁਹਾਡਾ ਹੋਰ ਵਰਕ ਆਇਆ, ਉਹ ਸਾਰੇ ਵਰਕ ਦੇ ਬੇਸ ਤੇ ਉਹਨਾਂ ਐਵੀਡੈਂਸਿਸ ਦੇ ਬੇਸ ਤੇ ਟੀਚਰ ਕੀ ਕਰਦਾ, ਆਪਣੀ ਰਿਪੋਰਟ ਪ੍ਰਪੇਅਰ ਕਰਦਾ accurately and fairly। ਦੂਸਰਾ, effective assessment of learning requires that teacher provide a rationale for undertaking a particular assessment of learning at a particular point in time। ਜਿਵੇਂ ਇਹਦੀ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ, ਸ਼ਾਇਦ ਤੁਹਾਡੇ ਨਾਲ ਸ਼ੇਅਰ ਵੀ ਹੋ ਜਾਏਗੀ ਲੇਟਰ ਔਨ ਆ ਕੇ, ਮੈਨੂੰ ਮੈਮ ਕਰਨਗੇ ਸ਼ੇਅਰ। ਅਸੀਂ ਅਸੈਸਮੈਂਟ ਦਾ ਇੱਕ ਕ੍ਰਾਈਟੇਰੀਆ ਬਣਾਇਆ ਹੋਇਆ ਵੀ ਕਿਹੜੇ ਬੱਚੇ ਨੂੰ ਕਿਸ ਬੇਸ ਤੇ ਕਿਸ ਜਗ੍ਹਾ ਤੇ ਕਿੰਨੇ ਪੁਆਇੰਟ ਮਿਲਣੇ ਨੇ। ਜਿਹੜੇ ਤੁਹਾਡੇ 10 ਮਾਰਕਸ ਨੇ, ਉਹ ਮਾਰਕਸ ਵੀ ਬਾਈਫਰਕੇਟਡ ਨੇ। ਕੁਝ ਐਕਟੀਵਿਟੀ ਤੁਸੀਂ ਕਿਵੇਂ ਪਰਫਾਰਮ ਕਰਦੇ ਹੋ, ਕਿਸੇ ਤੁਹਾਡੀ ਅਟੈਂਡੈਂਸ ਕਿਵੇਂ ਆ, ਤੁਸੀਂ ਹਾਊਸ ਐਗਜ਼ਾਮ ਦਿੱਤੇ ਕਿ ਨਹੀਂ ਦਿੱਤੇ, ਤੁਸੀਂ ਅਸੈਸਮੈਂਟ ਆਪਣੀ ਅਸਾਈਨਮੈਂਟ ਸਬਮਿਟ ਕਰਾਈਆਂ, ਉਹ ਸਾਰੇ ਦੇ ਸਾਰੇ ਕੀ ਨੇ, ਤੁਹਾਡੇ ਇੱਕ ਤਰ੍ਹਾਂ ਦੇ ਪੂਰੇ ਪ੍ਰੋਸੈਸ ਆ, ਉਹਦੇ ਬੇਸ ਤੇ ਤੁਹਾਡੀ ਤੁਹਾਨੂੰ ਅਸੈਸ ਕੀਤਾ ਜਾਂਦਾ। then ਇੱਕ ਹੁੰਦਾ clear description of the intended learning processes that make it possible for student to demonstrate their competencies and skill। ਉਹੀ ਗੱਲ ਹੋਗੀ ਤੁਹਾਡੀ, ਤੁਹਾਡੇ ਕੋਲ ਕੀ ਆਏਗੀ, ਤੁਹਾਨੂੰ ਕਲੀਅਰ ਡਿਸਕ੍ਰਿਪਸ਼ਨ ਤੁਹਾਡੇ ਕੋਲ ਜਦੋਂ ਹੋਏਗੀ, ਤੁਹਾਨੂੰ ਪਤਾ ਚੱਲੇਗਾ ਵੀ ਕਿਹੜੀਆਂ ਆਸਪੈਕਟ ਨੂੰ ਮਿਲ ਕੇ ਤੁਹਾਡੇ ਟੋਟਲ ਮਾਰਕਸ ਬਣਨੇ ਨੇ। ਤਾਂ ਤੁਸੀਂ ਉਹ ਕੀ ਕਰੋਗੇ, ਉਸ ਦੇ ਅਕੋਰਡਿੰਗ ਫਿਰ ਆਪਣਾ ਜ਼ਿਆਦਾ ਐਫਰਟਸ ਕਰੋਗੇ, ਆਪਣਾ ਵਰਕਆਊਟ ਸਟਾਰਟ ਕਰੋਗੇ। ਠੀਕ ਹੈ, ਸੋ ਇੱਥੇ ਕੀ ਆ ਗਿਆ, ਸੋ ਜੇ ਅਸੀਂ ਇਹਨੂੰ ਕੰਪਾਈਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੈਸਮੈਂਟ ਆਫ ਲਰਨਿੰਗ ਕੀ ਆ ਗਿਆ, ਇਟਸ ਅ ਆਊਟਕਮ ਆਫ ਅ ਲਰਨਰ quite frequently time to time for having a full check and control over the process and output of the learners। ਇਹਦੇ ਤੇ ਪੂਰੇ ਦਾ ਪੂਰਾ ਕੀ ਹੋਏਗਾ, ਕੰਟਰੋਲ ਫਾਰਮ ਚ ਹੋਏਗੀ। ਜੋ ਵੀ ਹੋਏਗਾ ਬੱਚਾ ਐਟ ਦਾ ਲਾਸਟ ਜਿਹੜਾ ਅਸੀਂ ਕਹਿੰਦੇ ਫਾਈਨਲ ਐਗਜ਼ਾਮ ਦਿੰਦਾ, that under some particular conditions ਉਹਨਾਂ ਨੂੰ ਕੀ ਕਰੇਗਾ, ਫੁਲਫਿਲ ਕਰੇਗਾ। so that's all about assessment of learning and assessment for learning। ਸੋ ਨੈਕਸਟ ਇਹਦੇ ਚ ਤੁਹਾਡਾ ਟੌਪਿਕ ਆਏਗਾ differences between assessment for learning and off learning। ਸੋ ਪੋਜ਼ਿਟਿਵਲੀ ਕੱਲ ਜੇ ਕੋਈ ਬੱਚਾ ਇਨਵੋਲਵ ਹੋਏਗਾ ਜ਼ਿਆਦਾ ਬੈਟਰ ਹੈ। ਅਸੀਂ ਕੱਲ ਇਹਨੂੰ ਡਿਫਰੈਂਸ਼ੀਏਟ ਕਰਾਂਗੇ, ਕੋਸ਼ਿਸ਼ ਕਰਿਓ ਆਪਣੇ ਕੋਲੇ ਪੁਆਇੰਟਸ ਨੂੰ ਨੋਟ ਕਰਕੇ ਲੈ ਕੇ ਆਉਣ ਦੀ, ਜਿਹੜੇ ਤੁਹਾਡੇ ਮਾਈਂਡ ਚ ਆਉਣਗੇ, ਤੁਹਾਡੇ ਮਾਈਂਡ ਚ ਆ ਰਹੇ ਨੇ ਪੁਆਇੰਟਸ ਵੀ ਇਹਨਾਂ ਦੋਨਾਂ ਚ ਡਿਫਰੈਂਸ ਕੀ ਆ ਸਕਦਾ, ਕਿਹੜੇ ਪੁਆਇੰਟ ਤੇ ਅਸੀਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਦੋਨੋਂ ਟਰਮ ਨੂੰ। ਕਿਉਂਕਿ ਮੋਸਟਲੀ ਕੁਐਸਚਨ ਆ ਜਾਂਦਾ, ਚਾਹੇ ਸ਼ਾਰਟ ਫਾਰਮ ਚਾਹੇ ਲੌਂਗ ਕੁਐਸਚਨ ਆਵੇ, ਇਸ ਤਰੀਕੇ ਨਾਲ ਹੀ ਆ ਜਾਂਦਾ। ਲਾਈਕ ਕੁਐਸਚਨ ਆਏਗਾ ਤੁਹਾਨੂੰ, what you mean by assessment for learning, how assessment for learning is different from assessment of learning। ਠੀਕ ਹੈ, ਜਾਂ ਸ਼ਾਰਟ ਨੋਟ ਸਿੰਪਲੀ ਕੁਐਸਚਨ ਬਣ ਜਾਂਦਾ, differentiate assessment for learning from assessment of learning। ਸੋ ਉਸ ਤਰ੍ਹਾਂ ਦੇ ਕੁਐਸਚਨਸ ਦੇ ਵਿੱਚ ਅਸੀਂ ਈਜ਼ੀਲੀ ਜਿਹੜਾਗਾ